संगत जी जय गुरु जी, शुक्राना शुक्राना। संगत जी एक संगत जो है उन्होंने अपना एक्सपीरियंस शेयर किया है कि उनको अमृत वेला संभाला है। उनको उनके साथ क्या-क्या हुआ, उनके साथ क्या-क्या ब्लेसिंग मिली गुरु जी की और क्या-क्या कृपा हुई उनकी, तो उन्होंने पूरी बात बताई है। आप सुनिए उनकी क्या-क्या है, वह चलिए बताते हैं आपको, सुनिए जल्दी-जल्दी। जी जय गुरु जी अंकल जी, मैं सिरसा तो ਮਨੰਟੀ ਅੰਕਲ ਜੀ। ਮੈਂ ਤੁਹਾਨੂੰ ਅੰਮ੍ਰਿਤ ਵੇਲੇ ਪਾਠ ਦਾ ਪੁੱਛਣਾ ਹੈ ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦੀਆਂ ਜ਼ਿਆਦੀਆਂ ਵੀਡੀਓ ਪਾਉਂਦੇ ਹੋ ਤੇ ਅੰਮ੍ਰਿਤ ਵੇਲੇ ਦਾ ਹੀ ਜ਼ਿਆਦਾ ਤੁਸੀਂ ਦੱਸਦੇ ਹੋ ਤੇ ਮੈਂ ਵੈਸੇ ਤੁਹਾਡੀ ਵੀਡੀਓ ਦੇਖਿਆ ਵੀ ਹੋਈ ਅੰਮ੍ਰਿਤ ਵੇਲੇ ਦੀਆਂ ਤੇ ਅੰਮ੍ਰਿਤ ਵੇਲੇ ਪਾਠ ਦੀਆਂ ਮਤਲਬ ਅੰਮ੍ਰਿਤ ਵੇਲੇ ਹਮੇਸ਼ਾ ਹੀ ਪਾਠ ਅੰਮ੍ਰਿਤ ਵੇਲੇ ਹੀ ਕਰਨਾ ਚਾਹੀਦਾ 3 ਤੋਂ ਲੈ ਕੇ 6 ਵਜੇ ਤੱਕ। ਤੇ ਅੰਕਲ ਜੀ ਮੈਂ ਬਸ ਤੁਹਾਡੇ ਕੋਲ ਇੱਕ ਗੁਪਤ ਹੀ ਸਲਾਹ ਲੈਣੀ ਹੈ। ਮੈਂ ਕੋਈ ਤੁਸੀਂ ਕਿਸੇ ਕੋਲ ਸ਼ੇਅਰ ਨਾ ਕਰੋ ਕਿਉਂਕਿ ਮੈਂ ਇਹ ਗੁਪਤ ਪਾਠ ਕਰਨੇ। ਮੈਂ ਕਿਸੇ ਕੋਲ ਜਿਵੇਂ ਬੰਦਾ ਜੇ ਕੋਈ ਤਾਰੀਫ ਕਰੇ ਅੰਮ੍ਰਿਤ ਵੇਲੇ ਦੀ ਫਿਰ ਉਹ ਪਾਠ ਰਹਿੰਦਾ ਨਹੀਂ ਹੈਗਾ। ਮੈਂ ਗੁਪਤ ਕਰਨੇ ਅੰਕਲ ਜੀ। ਮੈਂ ਤੁਹਾਡੇ ਕੋਲ ਤਾਂ ਪੁੱਛਦੀ ਹਾਂ ਕਿਉਂਕਿ ਤੁਹਾਨੂੰ ਅੰਮ੍ਰਿਤ ਵੇਲੇ ਦੀ ਜਾਣਕਾਰੀ ਬਹੁਤ ਹੈਗੀ ਅੰਕਲ ਜੀ। ਤੁਸੀਂ ਜਿਵੇਂ ਹੁਣ ਅੰਮ੍ਰਿਤ ਵੇਲਾ ਨਾ ਅੰਕਲ ਜੀ ਗੁਰੂ ਜੀ ਮੇਰੇ ਕੋਲ ਜਿਵੇਂ ਕਰਵਾਉਂਦੇ, ਮੈਂ ਕਈ ਦਿਨਾਂ ਤੋਂ ਅੰਮ੍ਰਿਤ ਵੇਲਾ ਸ਼ੁਰੂ ਕਰਿਆ ਹੋਇਆ ਤੇ ਉਹਦੇ ਵਿੱਚ ਅੰਕਲ ਜੀ ਮੈਂ ਜਿਵੇਂ 2:50 ਤੇ ਉੱਠਦੀ ਹਾਂ ਤੇ 10 ਮਿੰਟ ਚੱਲ ਮੈਨੂੰ ਇਸ਼ਨਾਨ ਕਰਨ ਤੇ ਲੱਗ ਜਾਂਦਾ। 10 ਮਿੰਟ ਕਰਕੇ ਫਿਰ ਮੈਂ 3 ਜਾਂ 3:02 ਤੇ ਜਾਂ 3 ਵਜੇ ਮੈਂ ਬੈਠ ਜਾਂਦੀ ਹਾਂ ਅੰਮ੍ਰਿਤ ਵੇਲੇ। ਸੁਖਮਨੀ ਸਾਹਿਬ ਦੇ ਪਾਠ ਕਰਦੀ, 1 ਘੰਟਾ ਸੁਖਮਨੀ ਸਾਹਿਬ ਦਾ ਪਾਠ ਹੁੰਦਾ। ਫਿਰ ਮੈਂ ਅੰਕਲ ਜੀ ਅੱਧਾ ਘੰਟਾ ਮੈਂ ਵਾਹਿਗੁਰੂ ਦਾ ਜਾਪ ਮੰਤਰ ਕਰਦੀ, ਫਿਰ ਮੈਂ 10 ਮਿੰਟ ਸ਼ੁਕਰਾਨਾ ਕਰਦੀ ਹਾਂ। ਤੇ ਅੰਕਲ ਜੀ ਕਿਉਂਕਿ ਮੇਰੇ ਕੋਲ ਛੋਟਾ ਬੱਚਾ ਵੀ ਹੈਗਾ, ਫਿਰ ਮੈਂ ਉਹਦੀ ਵੀ ਸੰਭਾਲ ਕਰਨੀ ਹੁੰਦੀ ਹੈ। ਉਹ ਥੋੜਾ ਫਿਰ ਟਾਈਮ ਨਾਲ ਹੀ ਉੱਠ ਜਾਂਦਾ ਕੁਛ। ਫਿਰ ਅੰਕਲ ਜੀ ਦੁਪਹਿਰੇ ਮੈਂ ਸਹਿਜ ਪਾਠ ਵੀ ਸ਼ੁਰੂ ਕੀਤਾ ਹੈ। ਫਿਰ ਮੈਂ ਕੁਛ ਉਹ ਵੀ ਪੱਤਰੀਆਂ ਕਰਦੀ ਹਾਂ। ਮੈਂ ਸ਼ਿਵ ਪੁਰਾਣ ਵੀ ਸ਼ੁਰੂ ਕੀਤੀ ਹੋਈ, ਫਿਰ ਮੈਂ ਉਹ ਵੀ ਪੜ੍ਹਦੀ ਹਾਂ ਦੁਪਹਿਰ ਦੇ ਟਾਈਮ। ਅੰਕਲ ਜੀ ਮੇਰੇ ਨਾ ਮੈਂ ਜਦੋਂ ਦਾ ਅੰਮ੍ਰਿਤ ਵੇਲਾ ਸ਼ੁਰੂ ਕੀਤਾ ਨਾ ਅੰਕਲ ਜੀ ਮੇਰੇ ਜਿਵੇਂ ਕਿ ਛੋਟੇ ਕੰਮ ਜਿਹੜੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਜ਼ਿੰਦਗੀ ਦੇ ਵਿੱਚ, ਮੇਰੇ ਉਹ ਬਣਨੇ ਸ਼ੁਰੂ ਹੋ ਗਏ ਅੰਕਲ ਜੀ। ਕੁਛ ਟਾਈਮ ਹੀ ਹੋਇਆ, ਜਿਵੇਂ ਮੈਨੂੰ ਸਵਾ ਕੁ ਮਹੀਨਾ ਜਾਂ 1.5 ਮਹੀਨਾ ਹੀ ਹੋਇਆ ਹਜੇ ਅੰਮ੍ਰਿਤ ਵੇਲੇ ਪਾਠ ਕਰਨ, ਕਿਉਂਕਿ ਮੈਨੂੰ ਬੜੇ ਸਾਲ ਹੋ ਗਏ। ਮੈਂ ਪਹਿਲਾਂ ਅੰਮ੍ਰਿਤ ਵੇਲਾ ਬਹੁਤ ਪਾਠ ਕਰਦੀ ਸੀ। ਕੁਛ ਤੁਹਾਨੂੰ ਪਤਾ ਹੀ ਜ਼ਿੰਦਗੀ ਦੇ ਵਿੱਚ ਕੁਛ ਐਵੇਂ ਦੀਆਂ ਜ਼ਿੰਦਗੀ ਦੇ ਵਿੱਚ ਦੁਖਦਾਈ ਘਟਨਾ ਹੋਈਆਂ ਕਿ ਮੈਂ ਅੰਮ੍ਰਿਤ ਵੇਲਾ ਪਾਠ ਜਿਵੇਂ ਛੁੱਟ ਗਿਆ, ਜਿਵੇਂ ਕਿ ਬਹੁਤ ਜਿਵੇਂ ਕਸ਼ਟ ਆਏ। ਉਸ ਤੋਂ ਬਾਅਦ ਅੰਮ੍ਰਿਤ ਵੇਲਾ ਛੁੱਟ ਗਿਆ ਸਾਰਾ ਪਾਠ। ਤੇ ਚਲੋ ਹੁਣ ਪ੍ਰਮਾਤਮਾ ਨੇ ਜਿਵੇਂ ਕਿਰਪਾ ਕੀਤੀ ਆ ਤੇ ਅੰਮ੍ਰਿਤ ਵੇਲਾ ਸ਼ੁਰੂ ਕਰਵਾਇਆ ਅੰਕਲ ਜੀ। ਜਿਵੇਂ ਹੁਣ ਛੋਟੇ ਕੰਮ ਤੇ ਮੇਰੇ ਸ਼ੁਰੂ ਹੋਏ ਆ ਜਿਵੇਂ ਅੰਕਲ ਜੀ। ਬਸ ਮੇਰਾ ਇੱਕ ਬਹੁਤ ਵੱਡਾ ਕੰਮ ਆ ਅੰਕਲ ਜੀ, ਮੈਂ ਤੁਹਾਨੂੰ ਉਹ ਕਹਿੰਦੀ ਮੈਨੂੰ ਅੰਮ੍ਰਿਤ ਵੇਲੇ ਮੈਂ ਸੁਖਮਨੀ ਸਾਹਿਬ ਦੇ ਪਾਠ ਮੈਂ ਕਿੰਨੇ ਕਰਾਂ ਕਿ ਮੇਰਾ ਉਹ ਕੰਮ ਜਿਵੇਂ ਮੈਨੂੰ ਗੁਰੂ ਜੀ ਦੀ ਕਿਰਪਾ ਦੇ ਨਾਲ ਹੋ ਜਾਏ, ਕਿਉਂਕਿ ਉਹ ਕੰਮ ਹੋ ਗਿਆ ਮੇਰੇ ਸਾਰੇ ਜ਼ਿੰਦਗੀ ਦੇ ਸਾਰੇ ਕਸ਼ਟ ਸਾਰੇ ਸਹੀ ਹੋ ਜਾਣਗੇ, ਸਾਰੇ ਕਸ਼ਟ ਜਿਵੇਂ ਕਿ ਗਾਇਬ ਹੋ ਜਾਣਗੇ। ਕਿਉਂਕਿ ਉਹਦੇ ਵਿੱਚ ਮੇਰੀ ਜ਼ਿੰਦਗੀ, ਮੇਰੇ ਬੱਚੇ ਦੀ ਜ਼ਿੰਦਗੀ ਸ਼ਾਇਦ ਤੱਕ ਕੀ ਪਤਾ ਲੱਗਦਾ ਮੇਰਾ ਹਜੇ ਮੇਰਾ ਡਿਵੋਰਸ ਨਹੀਂ ਅੰਕਲ ਜੀ ਹੋਇਆ, ਸ਼ਾਇਦ ਤੱਕ ਮੇਰੇ ਸਸੁਰਾਲ ਦੇ ਨਾਲ ਮੇਰਾ ਕੋਈ ਵਧੀਆ ਉਹਨਾਂ ਦੇ ਨਾਲ ਰਿਲੇਸ਼ਨ ਹੋ ਜਾਵੇ ਉਧਰ ਹੀ। ਤੇ ਅੰਕਲ ਜੀ ਸਭ ਤੋਂ ਵੱਡਾ ਮੇਰਾ ਸੁਪਨਾ ਵੀ ਵਿਦੇਸ਼ ਜਾਣਾ, ਕਿਉਂਕਿ ਉਹ ਮੇਰੇ ਬਹੁਤ ਸਾਲਾਂ ਦਾ ਹੈਗਾ। ਕਿਉਂਕਿ ਇਹਦੇ 'ਚ ਮੇਰੀ ਕੋਈ ਇੱਛਾ ਨਹੀਂ, ਇਹ ਤਾਂ ਮੇਰੇ ਵੈਸੇ ਹੀ ਨੈਚੁਰਲੀ ਇਹ ਚੀਜ਼ ਹੈਗੀ ਆ, ਕਿਉਂਕਿ ਇਹਦੇ ਵਿੱਚ ਹੀ ਮੇਰੇ ਸਾਰੇ ਦੁੱਖ ਦੂਰ ਹੁੰਦੇ ਇਸੇ ਚੀਜ਼ ਦੇ ਵਿੱਚ ਹੀ। ਤੇ ਅੰਕਲ ਜੀ ਤੇ ਬਸ ਇਹ ਸਭ ਤੋਂ ਵੱਡਾ ਮੇਰਾ ਕੰਮ ਅੰਕਲ ਜੀ। ਮੈਂ ਤੁਹਾਡੇ ਕੋਲ ਇਹੀ ਸਲਾਹ ਲੈਣੀ ਕਿ ਅੰਮ੍ਰਿਤ ਵੇਲੇ ਮੈਂ ਕਿੰਨੇ ਵਜੇ ਹੋਰ ਉੱਠਾਂਗੀ ਤੇ ਮੈਂ 2:50 ਤੇ ਉੱਠਦੀ ਹਾਂ। ਹੁਣ ਅੰਕਲ ਜੀ ਹੋਰ ਮੈਂ ਕਿੰਨੇ ਕੁ ਵਜੇ ਉੱਠਾਂ ਕਿ ਮੈਂ ਜਿਹੜੇ ਸੁਖਮਨੀ ਸਾਹਿਬ ਦੇ ਪਾਠ ਹੋਰ ਮੈਂ ਕਿੰਨੇ ਵਧਾਵਾਂ, ਕੁਛ ਕਿੰਨੇ ਦੇਣ, ਕਿਉਂਕਿ ਅੰਕਲ ਜੀ ਮੇਰੇ ਕੋਲ ਛੋਟਾ ਬੱਚਾ ਵੀ ਹੈਗਾ, ਕਿਉਂਕਿ ਉਹ ਫਿਰ ਪੂਰੇ ਦਿਨ 'ਚ ਮੈਨੂੰ ਕਰਨ ਨਹੀਂ ਦਿੰਦਾ। 3.5 ਸਾਲਾਂ ਦਾ ਬੱਚਾ ਹੈ ਤੇ ਕੁਛ ਹੋਰ ਮੇਰੇ ਭਾਈ ਦੇ ਵੀ ਬੱਚੇ ਹੈਗੇ ਆ, ਫਿਰ ਉਹ ਸ਼ਰਾਰਤਾਂ ਕਰਦੇ, ਰੌਲਾ ਪਾਉਂਦੇ, ਫਿਰ ਉਸ ਕਰਕੇ ਫਿਰ ਮੇਰੇ ਕੋਲ ਪਾਠ ਚੰਗੀ ਤਰ੍ਹਾਂ ਨਹੀਂ ਹੁੰਦਾ ਹੈਗਾ। ਤੁਸੀਂ ਮੈਨੂੰ ਅੰਮ੍ਰਿਤ ਵੇਲੇ ਹੀ ਦੱਸੋ ਕਿ ਮਤਲਬ ਅੰਮ੍ਰਿਤ ਵੇਲੇ ਮੈਂ ਹੋਰ ਸੁਖਮਨੀ ਸਾਹਿਬ ਦੇ ਪਾਠ ਕਿੰਨੇ ਵਧਾਵਾਂ, ਕਿੰਨੇ ਦਿਨ ਕਰਾਂ। ਨਾਲੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਕਿੰਨੇ ਦਿਨ ਕਰਾਂ ਮੈਂ ਇਹ ਪਾਠ, ਤੇ ਤੁਸੀਂ ਮੈਨੂੰ ਪਲੀਜ਼ ਜ਼ਰੂਰ ਹੀ ਦੱਸਿਓ, ਕਿਉਂਕਿ ਇਹ ਗੁਪਤ ਮੈਂ ਤੁਹਾਡੇ ਕੋਲੋਂ ਅੰਕਲ ਜੀ ਸਲਾਹ ਲਈ ਹੈ। ਤੁਸੀਂ ਮੈਨੂੰ ਇਸੇ WhatsApp ਤੇ ਦੱਸਿਓ, ਕਿਉਂਕਿ ਜਦੋਂ ਅੰਕਲ ਜੀ ਗੁਰੂ ਜੀ ਦੀ ਇੱਛਾ ਦੇ ਨਾਲ ਜੇ ਕੋਈ ਸਤਸੰਗ ਬਣਿਆ ਤੇ ਬਣੇ ਵੀ ਅੰਕਲ ਜੀ, ਸਤਸੰਗ ਬਹੁਤ ਜ਼ਿਆਦਾ ਬਣੇ, ਪਰ गुरु जी की जो कृपा होए ना अंकल जी सत्संग भी मैं जरूर सुनाऊंगी। संगत जी मैंने फिर आंटी को बोला कि आपने जो है अमृत वेला
ज़्यादा संभालना है, जितना ज़्यादा संभालेंगे जय गुरु उतना जी। आपको ज़्यादा असर होगा, क्योंकि अमृत वेले में आपको ज़्यादा मेर चाहिए या कुछ बड़ा चाहिए, तो आपको रात को 12:30 बजे बैठ जाना है, क्योंकि ब्रह्म मुहूर्त होता है, उसमें आपको ज़्यादा मेर होगी। नहीं बैठ सकते तो 2:15 बजे बैठकर अमृत वेला संभालिए, आपको मेर होगी। आगे क्या आंटी क्या बोलती है फिर आपको बताता हूँ, चलिए सुनाते हैं। जय गुरु जी अंकल जी। हाँ जी, मैं ਸੁਖਮਣੀ ਸਾਹਿਬ ਦੇ ਪਾਠ ਤੇ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ 3 ਵਜੇ ਬੈਠ ਜਾਂਦੀ। ਗੁਰੂ ਜੀ ਜਿਵੇਂ ਸੇਵਾ ਕਰਵਾਉਂਦੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਸੁਖਮਣੀ ਸਾਹਿਬ ਦੇ ਪਾਠ ਕਰਦੀ ਤੇ 1 ਘੰਟੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਅੰਕਲ ਜੀ, ਜਿਵੇਂ 3 ਤੋਂ 4 ਵਜੇ ਤੱਕ। ਫਿਰ 4 ਤੋਂ ਲੈ ਕੇ 4:30 ਵਜੇ ਤੱਕ ਮੈਂ ਫਿਰ ਵਾਹਿਗੁਰੂ ਜੀ ਦਾ ਜਾਪ ਮੰਤਰ ਕਰਦੀ ਹਾਂ। ਫਿਰ 10 ਕੁ ਮਿੰਟ ਮੈਂ ਸ਼ੁਕਰਾਨਾ ਗੁਰੂ ਜੀ ਦਾ ਜ਼ਰੂਰ ਕਰਦੀ ਹਾਂ, ਜਿਵੇਂ ਗੁਰੂ ਜੀ ਕਰਵਾਉਂਦੇ ਆ। ਫਿਰ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਅੰਕਲ ਜੀ ਫਿਰ ਮੈਂ ਸ਼ਿਵ ਪੁਰਾਣ ਇੱਕ ਵਾਰੀ ਤੇ ਗੁਰੂ ਜੀ ਨੇ ਸੇਵਾ ਕਰਵਾਤੀ, ਇੱਕ ਵਾਰੀ ਤੇ ਮੈਂ ਸ਼ਿਵ ਪੁਰਾਣ ਗੁਰੂ ਜੀ ਸੋਰੀ ਅੰਕਲ ਜੀ ਮੈਂ ਪੜ੍ਹ ਲਿਆ। ਹੁਣ ਮੈਂ ਦੋਹਰੀ ਵਾਰੀ ਸ਼ਿਵ ਪੁਰਾਣ ਸ਼ੁਰੂ ਕੀਤੀ ਹੋਈ। ਮੈਂ ਦਿਨ ਵਿੱਚ ਇੱਕ ਵਾਰੀ ਹੀ ਸ਼ਿਵ ਪੁਰਾਣ ਪੜ੍ਹਦੀ ਹਾਂ ਦੁਪਹਿਰ ਦੇ ਟਾਈਮ, ਅਤੇ ਦੁਪਹਿਰ ਦੇ ਟਾਈਮ ਹੀ ਸ਼ਿਵ ਪੁਰਾਣ ਪੜ੍ਹ ਕੇ ਫਿਰ ਮੈਂ ਸਹਿਜ ਪਾਠ ਵੀ ਇੱਕ ਵਾਰੀ ਹੀ ਕਰਦੀ, ਜਿੰਨੀਆਂ ਕੁ ਪੱਤਰੀਆਂ ਮਤਲਬ ਹੋ ਜਾਣ। ਅਤੇ ਸਵੇਰੇ ਅੰਮ੍ਰਿਤ ਵੇਲਾ ਕਰਦੀ ਹਾਂ, ਫਿਰ ਦੁਪਹਿਰ ਦੇ ਟਾਈਮ ਵੀ ਕਰਦੀ ਹਾਂ ਸ਼ਿਵ ਪੁਰਾਣ ਅਤੇ ਸਹਿਜ ਪਾਠ। ਕਿਉਂਕਿ ਨਾਲ ਅੰਕਲ ਜੀ ਛੋਟੇ ਬੱਚੇ ਆ ਨਾ, ਬੱਚਾ ਮੇਰਾ 3.5 ਸਾਲ ਦਾ, ਫਿਰ ਉਹਦੀ ਵੀ ਸੰਭਾਲ ਕਰਨੀ ਪੈਂਦੀ। ਫਿਰ ਮੈਂ ਜਿਵੇਂ ਮੈਨੂੰ ਟਾਈਮ ਮਿਲਦਾ ਅੰਮ੍ਰਿਤ ਵੇਲੇ ਦੇ, ਤਾਂ ਚੱਲ ਅੰਕਲ ਜੀ ਖੁੱਲ੍ਹਾ ਟਾਈਮ ਹੁੰਦਾ, ਉਦੋਂ ਬੱਚੇ ਸੁੱਤੇ ਹੁੰਦੇ, ਸਭ ਸ਼ਾਂਤ ਹੁੰਦਾ ਵਾਤਾਵਰਨ। ये संगत जी, मैंने उनको बोला कि जैसे आप कोई सिमरन करते हैं, पाठ करते हैं, तो आप पर दुख क्यों आते हैं? तो परमात्मा क्या करता है संगत जी, आपके जो दुख हैं सारे वो एक साथ ही ख़त्म करके आपको आपका जीवन साफ करता है। फिर आपको सुख की प्राप्ति होगी, तो आपको आनंद उठाने में दिक्कत नहीं होगी। क्योंकि परमात्मा जो है ना, जैसे आपने देखा होगा एक मटका है, मटके को बनने में कितनी दिक्कत आती है। स्टार्टिंग में मटका बनता है तो उसको पहले पैरों से कुचला जाता है मिट्टी को, फिर मिट्टी कुचला जाता है, फिर उसको जो है क्या कहते हैं, मिट्टी को बनाया जाता है, उस पर रखा जाता है, जिसपे बनाते हैं गोल, उसका आकार दिया जाता है, तब कष्ट होता है उसको। फिर उसको तपाया जाता है, मटके को आपने देखो, मटके को तपाते हैं ना, तो उसको कितना कष्ट आता है। तो तपाने के बाद उसका जो है मोल पड़ता है, फिर वो औरों की प्यास बुझाता है। क्यों? वो परमात्मा के हुक्म में चलता है तो औरों की प्यास बुझाता है। तो ऐसे ही हम अमृत वेला संभालेंगे, हम औरों को भी जो है आगे अमृत वेले से जोड़ेंगे, हमें ब्लेसिंग मिलेगी और औरों की प्यास बुझाएंगे, तो हमारी अब ऑटोमेटिक ही कर्म कटेंगे। ठीक है, आगे आपको बताते हैं आंटी ने क्या बोला, और फिर अब बात करेंगे आपसे। तो आपको भी कुछ सवाल हो तो कर सकते हैं। चलिए आगे आंटी से क्या बात हुई बताते हैं आपको। ਜੈ ਗੁਰੂ ਜੀ ਅੰਕਲ ਜੀ। ਹਾਂਜੀ, ਤੁਸੀਂ ਇਹ ਗੱਲ ਤੇ ਤੁਸੀਂ ਬਹੁਤ ਸਹੀ ਕਹੀ ਅੰਕਲ ਜੀ। ਜਿਵੇਂ ਆਪਾਂ ਪਾਠ ਸਿਮਰਨ ਸ਼ੁਰੂਆਤ ਕਰਦੇ ਨਾ ਅੰਮ੍ਰਿਤ ਵੇਲੇ, ਸਰੀਰ ਨੂੰ ਕਸ਼ਟ ਤੇ ਆਉਂਦੇ ਆ, ਪਰ ਅੰਕਲ ਜੀ ਮੈਨੂੰ ਸਵਾ ਕੁ ਮਹੀਨਾ ਜਾਂ 2 ਮਹੀਨੇ ਸ਼ਾਇਦ ਹੋਏ ਹੋਣਗੇ। ਮੈਨੂੰ ਉਹ ਸ਼ੁਰੂਆਤ ਤੋਂ ਹੀ, ਜਦੋਂ ਮੈਂ ਸ਼ੁਰੂ ਕੀਤਾ ਪਾਠ, ਮੈਨੂੰ ਉਦੋਂ ਤੋਂ ਹੀ ਮੇਰੇ ਸਰੀਰ 'ਤੇ ਕਸ਼ਟ ਹੋਣੇ ਸ਼ੁਰੂ ਹੋ ਗਏ। ਕਦੇ ਕੁਛ ਹੋ ਜਾਂਦਾ, ਕਦੇ ਕੁਛ। ਹਜੇ ਵੀ ਇਸ ਟਾਈਮ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਸ਼ਾਇਦ ਗੁਰੂ ਜੀ ਪ੍ਰੀਖਿਆ ਹੀ ਲੈਣ ਡੇ ਆ, ਮੈਨੂੰ ਇਹ ਕਰਦੇ ਆ ਜਾਂ ਨਹੀਂ, ਪਾਠ ਹਟਦੇ ਆ ਜਾਂ ਕਰੀ ਜਾਂਦੇ ਆ। ਪਰ ਵਾਕਈ ਸਹੀ ਗੱਲ ਆ ਤੁਹਾਡੀ ਅੰਕਲ ਜੀ, ਜਦੋਂ ਕਹਿੰਦੇ ਮਿਹਰ ਹੋਣ ਵਾਲੀ ਹੁੰਦੀ ਹੈ ਨਾ, ਅਤੇ ਉਦੋਂ ਇਹ ਸਭ ਕੁਛ ਹੁੰਦਾ ਹੀ ਹੁੰਦਾ, ਪਰਮਾਤਮਾ ਲੈਂਦਾ ਹੀ ਲੈਂਦਾ ਪ੍ਰੀਖਿਆ। ਹਾਂਜੀ, ਤੇ ਤੁਸੀਂ ਜਪਜੀ ਸਾਹਿਬ ਪਾਠ ਨੂੰ ਕਹਿੰਦੇ ਆ ਨਾ, ਮੈਨੂੰ ਜਪਜੀ ਸਾਹਿਬ ਦੀ ਪਹਿਲੀ ਬਾਣੀ अंकल जी मैं करा जी जपजी साहिब क्या होता है, गुरु नानक जी की पहली बानी है। स्टार्टिंग में अमृत वेले में आपने वही पढ़नी है, क्योंकि गुरु नानक ने भी पहली बानी को पढ़ा था। आपको आगे बताते हैं कैसे पढ़नी है और सारा बताएंगे आपको। चलिए बताते हैं। मीनिंग ये है कि गुरु नानक जी की बानी, गुरु नानक जी ने उचारी थी। बानी गुरु नानक जी नहीं, दूर की बानी है। दूर से बानी गुरु नानक के सीधा उनके रचना पे आई थी, और मर्दाना जी ने इसको राग करते थे। गुरबानी जी कहते थे, बानी आई है चल मर्दाने राग छेड़। तो जपजी साहिब की पहली बानी जप, आप जैसे यूट्यूब पर सर्च मारेंगे जप साहिब, जो गुरु नानक पहली बानी एक ओंकार सतनाम, तो वो पढ़नी है। उसके बाद आप सुखमनी पाठ करिए,
यहाँ आप जैसे वाहिगुरु का जाप करिए, राम का जाप करिए, कुछ भी कर सकते हैं जो आपको मन को छूता है। जैसे आंटी को मन को छुआ कि ये सिख फैमिली से, तो इनको ये है जो फैमिली में उससे कर सकता है। बाकी आप डिटेल में कुछ पूछना चाहते हैं अमृत वेले के बारे में तो आप पूछ सकते हैं। ये सब ये बातें हैं। तो आपको भी कैसे अमृत वेला संभालना है और प्रभु से मिलन करना है। देखिए अमृत वेले संभालने के बगैर तो आपका गुजारा नहीं है। बाकी नाम तो होना चाहिए। बेटा सेवा करो, सिमरन करो, सत्संग में जा रहे हैं। आपको मैं पहले बोला था कि आपके घर में कोई टेंशन है तो घर में अमृत वेला संभालिए, कहीं जाने की जरूरत नहीं है। माँ बाप की सेवा कर रहे हैं तो तब तो आपको अमृत वेला संभालने की जरूरत भी नहीं, क्योंकि माँ बाप की सेवा उनकी जी हाँ मिलाएंगे। जैसे पिता है, पिता के सामने आप कहते हैं जो पिता है, पुत्र उसके सामने जी हाँ करेगा, पुत्र जी हाँ करेगा, और गुरु के सामने शिष्य जी हाँ करेगा, तो उसको अमृत वेला संभालने की जरूरत नहीं, क्योंकि वो गुरु की आज्ञा में रहता है। तो आपको भी ये चीज़ें करेंगे तो ये चीज़ें नहीं कर सकते, आपके नहीं है पिता तो नहीं है फादर, तो अमृत वेला संभालिए और अब हुक्म में रहिए। अमृत वेला संभालना, नाम तो जपना पड़ेगा ही आपको। माता पिता की सेवा करें, नाम जपना तो आपको मन कितना जपना है ना। जप क्या होता है? जपना। नाम जपना क्या होता है कि हम जप रहे हैं, और सिमरन क्या होता है कि हम गुरु की याद कर रहे हैं। गुरु की याद जब करेंगे तभी आपको गुरु की याद चलेगी, पहले याद नहीं चलती। गुरु को ज्ञान कब मिलता है? जब गुरु मिलता है। कोई कहता है ना ज्ञान नहीं, कोई कहता ध्यान लगा के बानी पढ़ो, ध्यान तभी लगे ना जो गुरु मिलेगा। सूरज के प्रकाश कब आता है? जब सूरज आता है। सूरज से पहले प्रकाश नहीं आता कभी भी। आपको सोचना होगा कि गुरु की बानी के बगैर आप निष्फल रहेंगे, गुरु की कृपा आप पर होती रहेगी। कुछ और चीज़ आपको पता नहीं है बता दूंगा आपको, मुझे कमेंट कर देना, या मेरा फ़ोन नंबर आ रहा है स्क्रीन पे, इस पे कर सकते हैं। चलो जय, आपको जितना समझ आया ठीक है। आंटी का सवालों के जवाब थे मैंने दे दिए। आंटी का जो मुझे बहुत अच्छा लगा कि आंटी ने अमृत वेले के बारे में पूछा। कोई पूछता है ये पूछता है हमें गुरु जी की ब्लेसिंग चाहिए, हमें गुरु जी का ये चाहिए, कोई ये नहीं पूछता कि हमें परमात्मा से कैसे मिलना है, दुख को दूर कैसे करना है। अमृत वेला सबसे श्रेष्ठ है। आपको भी ऐसे सवाल ही पूछने चाहिए। जय गुरु जी, शुक्राना शुक्राना।